सत श्री अकाल दोस्तों, वैलकम टू डोर स्टैप एजुकेशन पॉइंट। अज के सैशन में आपां इन्फ्लुएंस ऑफ हैरिडिटी एंड एनवायरनमेंट नूं डिस्कस करन जा रहे हैं। वंशवाद अते वातावरण का जिहड़ा प्रभाव हैगा किहदे ते किसी भी चाइल्ड ते, इहदे बारे ही आपां डिस्कस करांगे। इस वीडियो नूं आपां PS टैट एंड C टैट का जिहड़ा पेपर 1 एंड पेपर 2 हुंदा है, दोनों नूं ही ध्यान दे विच रखते हुए आपां इन्हां वीडियोज़ नूं बना रहे हैं। सो दोस्तों, तुसीं इस वीडियो नूं एंड तक वेखना है, ਤੁਹਾਡੀ ਜਿਹੜੀ ਅੰਡਰਸਟੈਂਡਿੰਗ ਹੈਗੀ ਆ ਜੀ ਫੇਰ ਹੀ ਡਿਵੈਲਪ ਹੋਏਗੀ। ਐਂਡ ਇਸ ਟੌਪਿਕ ਦੇ ਵਿੱਚੋਂ ਵੀ ਕਾਫੀ ਸਾਰੇ ਜਿਹੜੇ ਪ੍ਰਸ਼ਨ ਨੇ, ਭਾਵੇਂ PS ਟੈਟ ਹੋਵੇ C ਟੈਟ ਹੋਵੇ, ਪੁੱਛੇ ਜਾਂਦੇ ਨੇ। ਸੋ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਜਿੰਨੇ ਵੀ ਤੁਹਾਡੇ ਡਾਊਟਸ ਨੇ, ਜਿਹੜਾ ਮਰਜ਼ੀ ਕੁਐਸਚਨ ਇਸ ਟੌਪਿਕ ਤੋਂ ਲਗਾ ਕੇ ਵੇਖ ਲਿਓ, ਸਾਰੇ ਹੀ ਕੁਐਸਚਨ ਤੁਹਾਡੇ ਤੋਂ ਸੋਲਵ ਹੋ ਜਾਣਗੇ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਇਸ ਚੈਨਲ ਤੇ ਨਵੇਂ ਹੋ, ਇਸ ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਲਾਈਕ ਐਂਡ ਸਬਸਕ੍ਰਾਈਬ ਦਾ ਜਿਹੜਾ ਬਟਨ ਹੈਗਾ ਜੀ ਜ਼ਰੂਰ ਪ੍ਰੈਸ ਕਰ ਲਿਓ। इस दे नाल ही वीडियो नूं करते हैं शुरू। एंड दोस्तों, अज की वीडियो में जो भी आप टॉपिक डिस्कस करन जा रहे हैं, तुसीं इहनूं बड़े ही ध्यान नाल सुनना है। ये जिहड़ियां क्लासेस ने जी बहुत इंपॉर्टेंट ने, जिन्नियां भी मैं तुहानूं गल्लां दस्सूंगा, ये गल नहीं हैगी कि मैं कोई गल अधूरी छड्ड दूंगा। सारियां ही गल्लां नूं आपां हौली हौली समझदे होए अगे चलांगे। सो शुरू करते हैं। इन्फ्लुएंस ऑफ हैरिडिटी एंड एनवायरनमेंट। इस तो पहलां आपां 4 क्लासेस लै चुके हैं, ਜਿਹਦੇ ਵਿੱਚ ਮੈਂ ਮੇਨਲੀ ਤੁਹਾਨੂੰ ਡਿਵੈਲਪਮੈਂਟ ਦੀ ਵੀ ਗੱਲ ਦੱਸੀ ਸੀਗੀ, ਗਰੋਥ ਦੀ ਗੱਲ ਆਪਾਂ ਕੀਤੀ ਆ, ਸਟੇजेस ਆਫ ਡਿਵੈਲਪਮੈਂਟ ਦੀ ਆਪਾਂ ਗੱਲ ਸਮਝ ਲਈ ਸੀ। ਐਂਡ ਕਿਤੇ ਨਾ ਕਿਤੇ ਆਪਾਂ ਉਹਦੇ ਵਿੱਚ ਵੰਸ਼ਵਾਦ ਦੀ ਵੀ ਗੱਲ ਕੀਤੀ ਸੀ। ਐਂਡ এনवायरमेंट ਦੀ ਜਿਹੜੀ ਗੱਲ ਸੀਗੀ ਉਹ ਆਪਾਂ ਬਰੀਫਲੀ ਸਮਝ ਚੁੱਕੇ ਸੀਗੇ। ਐਂਡ ਇਹਦੇ ਵਿੱਚ ਆਪਾਂ ਵੇਖਦੇ ਹਾਂ ਵੀ ਕਿਸੇ ਵੀ ਬਾਲ ਦੇ ਉੱਤੇ, ਕਿਸੇ ਵੀ ਚਾਈਲਡ ਦੇ ਉੱਤੇ ਇਹਨਾਂ ਦੋਨਾਂ ਚੀਜ਼ਾਂ ਦਾ ਜਿਹੜਾ ਫਰਕ ਹੈ ਉਹ ਕਿੰਨਾ ਕਿੰਨਾ ਪੈਂਦਾ ਹੈ। ਕਿਉਂਕਿ ਐਗਜ਼ਾਮ ਦੇ ਵਿੱਚ ਤੁਹਾਡੇ ਤੋਂ ਇਹੀ ਪੁੱਛਿਆ ਜਾਏਗਾ ਕਿ ਦੱਸੋ ਜਿਹੜਾ এনवायरमेंट ਦੇ ਵਿੱਚ ਜਿਹੜਾ ਹੈ ਜਾਂ ਬੱਚਾ ਰਹਿ ਰਿਹਾ ਹੈ ਜਾਂ ਫਿਰ ਉਹਦੇ 'ਤੇ ਜਿਹੜਾ ਪ੍ਰਭਾਵ ਪਏਗਾ ਉਹ ਦੱਸੋ ਕਿੰਨਾ ਕਿੰਨਾ ਪੈਣਾ ਆ। এনवायरमेंट ਦਾ ਐਂਡ ਹੈਰੀਡਿਟੀ ਦਾ ਮਤਲਬ ਤੁਹਾਡੇ ਤੋਂ ਪੁੱਛਿਆ ਜਾਊਗਾ ਵੀ ਇਹਨਾਂ ਦੋਨਾਂ ਦਾ ਫਰਕ ਪਊਗਾ, ਇਹਨਾਂ ਦੋਨਾਂ ਦਾ ਨਹੀਂ ਫਰਕ ਪੈਣਾ, ਦੋਨਾਂ ਦਾ ਇਕੁਅਲ ਫਰਕ ਪੈਣਾ ਹੈ। ਐਂਡ ਤੁਹਾਨੂੰ ਜਵਾਬ ਦੇਣਾ ਪੈਂਦਾ ਹੈ। ਸੋ ਇਸ ਟੌਪਿਕ ਨੂੰ ਇੱਕ ਵਾਰ ਤੁਸੀਂ ਸਮਝੋ ਪਹਿਲਾਂ ਤਾਂ ਕਿ ਹੈਰੀਡਿਟੀ ਹੁੰਦੀ ਕੀ ਹੈ। ਹੈਰੀਡਿਟੀ ਬਾਰੇ ਆਪਾਂ ਪਹਿਲਾਂ ਹੀ ਗੱਲ ਡਿਸਕਸ ਕੀਤੀ ਸੀਗੀ ਕਿ ਇਹਦਾ ਪਹਿਲਾਂ ਆਪਾਂ ਮੀਨਿੰਗ ਵੇਖਦੇ ਹਾਂ। ਮੀਨਿੰਗ ਤੋਂ ਬਾਅਦ ਆਪਾਂ ਇਹਦੇ ਇਫੈਕਟਸ ਵੇਖਾਂਗੇ, ਇਹਦੇ ਕੀ ਪ੍ਰਭਾਵ ਨੇ। ਇਸ ਤੋਂ ਬਾਅਦ ਆਪਾਂ ਇਹਦਾ ਸਿਗਨੀਫਿਕੈਂਸ, ਇਹਦਾ ਫਾਇਦਾ ਕੀ ਹੈ ਜੇਕਰ ਆਪਾਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ। उस तो बाद आप एनवायरमेंट बारे पढ़ांगे, ਇਹਦਾ मीनिंग पढ़ांगे, ਇਹਦੀ परिभाषा पढ़ांगे, ਇਹਦੇ प्रभाव पढ़ांगे। एंड इस तो बाद ਆਪਾਂ कि मानसिक विकास ਤੇ ਜਿਹੜਾ ਵੀ प्रभाव ਪੈਂਦਾ, ਇਹ ਸਾਰੀਆਂ ਗੱਲਾਂ डिस्कस ਕਰਨ ਤੋਂ ਬਾਅਦ नेचर वर्सेस नर्चर, कुदरत वर्सेस पालन पोषण ਦੀ ਜਿਹੜੀ डिबेट ਹੈਗੀ ਆ, ਇਹਦੇ ਬਾਰੇ ਵੀ डिस्कस ਕਰਾਂਗੇ। ਵੇਖੋ ਹੁਣ ਤੁਸੀਂ, ਆਪਾਂ ਹੈਰੀਡਿਟੀ ਦੀ ਗੱਲ ਕਰ ਰਹੇ ਹਾਂ। ਹੈਰੀਡਿਟੀ ਨੂੰ ਆਪਾਂ ਕੀ ਕਹਿੰਦੇ ਆ ਜੀ? ਵੰਸ਼ਵਾਦ ਕਹਿੰਦੇ ਆ। मीनिंग ਦੀ ਜੇਕਰ ਆਪਾਂ ਗੱਲ ਕਰੀਏ ਕਿ ਜੋ ਕੋਈ ਵੀ ਜਿਹੜੇ ਫੀਚਰਸ ਨੇ ਅਸੀਂ ਆਪਦੇ ਮਾਂ ਪਿਓ ਤੋਂ ਕੀ ਕਰਦੇ ਹਾਂ ਜੀ, ਆਪਾਂ ट्रांसफर करते हैं। या फिर ਜਿਹੜੇ ਵੀ ਆਪਣੇ ਮਾਂ ਪਿਓ ਨੇ, ਆਪਾਂ ਨਹੀਂ ਕਰਦੇ, ਆਪਾਂ ਨੂੰ ਹੁੰਦੇ ਉਹ ट्रांसफर। ठीक है जी। ਆਪਣੇ ਮਮ ਡੈਡ ਹੁੰਦੇ ਨੇ ਜਿਹੜੇ ਵੀ, ਉਹਨਾਂ ਦੇ ਜਿਹੜੇ ਕੁਝ ਜੈਨੇਟਿਕਸ ਜਿਹੜੇ ਫੀਚਰਸ ਹੁੰਦੇ ਨੇ, ਜਿਹੜੇ ਜੈਨੇਟਿਕ ਟ੍ਰੇਡਸ ਹੁੰਦੇ ਨੇ, ਉਹ ਜਦੋਂ ਉਹਨਾਂ ਦੇ ਬੱਚਿਆਂ ਦੇ ਵਿੱਚ ਆ ਜਾਣ, ਬੱਚਿਆਂ ਦੇ ਜਨਮ ਤੋਂ ਬਾਅਦ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਜੀ, ਉਹਨਾਂ ਨੂੰ ਹੀ ਆਪਾਂ ਹੈਰੀਡਿਟੀ ਦਾ ਨਾਮ ਦਿੰਦੇ ਆ। ਐਗਜ਼ਾਮਪਲ ਦੇ ਥਰੂ ਤੁਸੀਂ ਸਮਝ ਸਕਦੇ ਹੋ। ਕਈ ਵਾਰ ਤੁਸੀਂ ਮਾਂ ਪਿਓ ਨੂੰ ਵੇਖਿਆ ਹੋਊਗਾ, ਉਹਨਾਂ ਦੀਆਂ ਜਿਹੜੀਆਂ ਆਈਜ਼ ਦਾ ਜਿਹੜਾ ਕਲਰ ਹੁੰਦਾ ਉਹ ਸੇਮ ਤੁਹਾਨੂੰ ਬੱਚੇ ਦੀਆਂ ਆਈਜ਼ ਵਿੱਚ ਵੀ ਵੇਖਣ ਨੂੰ ਮਿਲਦਾ ਹੁੰਦਾ। ਕਈ ਵਾਰ ਜਿਹੜੇ ਮਾਂ ਪਿਓ ਦੇ ਜਿਹੜੇ ਹੇਅਰ ਦਾ ਜਿਹੜਾ ਕਲਰ ਹੁੰਦਾ ਹੈ ਉਹੀ ਤੁਹਾਨੂੰ ਬੱਚੇ ਦੇ ਜਿਹੜੇ ਹੇਅਰ ਹੋਣਗੇ ਉਹ ਤੁਹਾਨੂੰ ਉਹਨਾਂ ਵਿੱਚ ਵੇਖਣ ਨੂੰ ਮਿਲੇਗਾ। ਕੋਈ ਜ਼ਰੂਰੀ ਨਹੀਂ ਹੈਗਾ ਕਿ ਇਹ ਹੇਅਰ ਦੇ ਵਿੱਚ ਹੀ ਹੋਵੇ। ਇਸੇ ਤਰ੍ਹਾਂ ਹੀ ਕੋਈ ਹੋਰ ਵੀ, ਜਿਵੇਂ ਕਿ ਉਹਦੀ ਬਾਡੀ ਦੀ ਜਿਹੜੀ ਟਾਈਪ ਹੈਗੀ ਆ, ਜੇਕਰ ਉਹਦੇ ਮਾਂ ਪਿਓ ਬਹੁਤ ਜ਼ਿਆਦਾ ਹੈਲਥੀ ਨੇ, ਉਹਦੇ ਮਦਰ ਡੈਡ, ਤੇ ਤੁਸੀਂ ਵੇਖੋਗੇ ਕਿ ਉਹਨਾਂ ਦੇ ਜਿਹੜੇ ਬੱਚੇ ਹੋਣਗੇ ਉਹ ਵੀ ਕਾफ़ੀ ਜ਼ਿਆਦਾ ਹੈਲਥੀ ਹੀ ਹੋਣਗੇ। ਇਸ ਤੋਂ ਬਾਅਦ ਉਹਨਾਂ ਦਾ ਜਿਹੜੀ ਸਕਿਨ ਦਾ ਜਿਹੜਾ ਕਲਰ ਹੈ, ਕਈ ਵਾਰ ਤੁਸੀਂ ਇਹ ਵੀ ਵੇਖ ਸਕਦੇ ਆ ਕਿ ਉਹਨਾਂ ਦਾ ਜਿਹੜਾ ਰੰਗ ਹੈਗਾ ਬੱਚੇ ਦਾ, ਉਹ ਵੀ ਕੀ ਹੋਊਗਾ, ਉਹ ਵੀ ਉਹਨਾਂ ਦਾ ਸੇਮ ਵਰਗਾ ਹੀ ਹੁੰਦਾ ਜੇਕਰ ਆਪਾਂ ਸਕਿਨ ਕਲਰ ਦੀ ਗੱਲ ਕਰਦੇ ਹਾਂ। ਇਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਕਿ ਵੰਸ਼ਵਾਦ ਦਾ ਜਿਹੜਾ ਪ੍ਰਭਾਵ ਹੈਗਾ ਉਹ ਕੀ ਹੈ। ਜੈਨੇਟਿਕ ਟ੍ਰੇਡਸ ਬਾਰੇ ਤੁਸੀਂ ਸਮਝ ਕੇ ਆਉਣੇ ਆ। ਹੈਰੀਡਿਟੀ ਆਪਾਂ ਕਹਿੰਦੇ ਕਿਹਨੂੰ ਆ ਕਿ ਜਿਹੜੇ ਵੀ ਫੀਚਰਸ ਉਹਨਾਂ ਦੇ ਮਾਪਿਓ ਤੋਂ ਉਹਨਾਂ ਦੇ ਬੱਚਿਆਂ ਵਿੱਚ ਟ੍ਰਾਂਸਫਰ ਹੋਣ, ਉਹਨਾਂ ਨੂੰ ਆਪਾਂ ਹੈਰੀਡਿਟੀ ਦਾ ਨਾਮ ਦਿੰਦੇ ਆ। ਹੁਣ ਆਪਾਂ ਗੱਲ ਕਰੀਏ ਕਿ ਵੰਸ਼ਵਾਦ ਦੇ ਜਿਹੜੇ ਪ੍ਰਭਾਵ ਨੇ, ਇਫੈਕਟਸ ਆਫ ਹੈਰੀਡਿਟੀ ਕੀ ਹੈ। ਕਿ ਜੇਕਰ ਆਪਾਂ ਵੰਸ਼ਵਾਦ ਦੀ ਗੱਲ ਕਰੀਏ, ਕਿਸੇ ਬੱਚੇ ਵਿੱਚ ਕੀ ਕੁਝ ਪ੍ਰਭਾਵ ਪੈਂਦਾ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਔਨ ਫਿਜ਼ੀਕਲ ਕਰੈਕਟਰਿਸਟਿਕਸ, ਜਿਹੜੀਆਂ ਸਰੀਰਕ ਜਿਹੜੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਨੇ ਉਹਨਾਂ 'ਤੇ ਕੀ ਪ੍ਰਭਾਵ ਪੈਂਦਾ ਹੈ। ਫਿਜ਼ੀਕਲ ਸਰੀਰਕ ਹੋ ਗਿਆ ਜੀ, ਕਰੈਕਟਰਿਸਟਿਕਸ ਵਿਸ਼ੇਸ਼ਤਾਵਾਂ ਕਹਿ ਸਕਦੇ ਹਾਂ ਕਿ ਪਹਿਲਾ ਜਿਹੜਾ ਪੁਆਇੰਟ ਹੈ ਕਿ ਕਿਸੇ ਵੀ ਬੱਚੇ ਦੇ ਸਰੀਰਕ ਵਿਸ਼ੇਸ਼ਤਾਵਾਂ 'ਤੇ ਕੀ ਪ੍ਰਭਾਵ ਪੈਂਦਾ ਹੈ। ਸੋ ਦੇਖ ਲਓ ਕਿ ਜਿਹੜਾ ਹੈਰੀਡਿਟੀ ਸ਼ਬਦ ਹੈਗਾ, ਇਹਦੇ ਵਿੱਚ ਆਪਾਂ ਕੀ ਗੱਲ ਕਰਦੇ ਹਾਂ ਕਿ ਉਹਨਾਂ ਦੇ ਜਿਹੜੇ ਮਮ ਡੈਡ ਹੋਣਗੇ, ਉਹਨਾਂ ਦਾ ਜਿਹੜਾ ਜੀਨਸ ਨੇ ਜੀ, ਜਿਹੜੇ ਜੈਨੇਟਿਕ ਟ੍ਰੇਡਸ ਨੇ, ਜਦੋਂ ਬੱਚੇ ਵਿੱਚ ਟ੍ਰਾਂਸਫਰ ਹੋਏ ਤੇ ਫਿਜ਼ੀਕਲ ਐਸਪੈਕਟ ਦੇ ਵਿੱਚ ਉਹ ਬੱਚਾ ਕੀ ਹੋ ਸਕਦਾ ਹੈ,
ਫਿਜ਼ੀਕਲੀ ਫਿਟ ਵੀ ਹੋ ਸਕਦਾ ਹੈ ਜੇਕਰ ਉਹਦੇ ਜਿਹੜੇ ਮਦਰ ਡੈਡ ਸੀਗੇ ਉਹ ਬਹੁਤ ਹੀ ਵਧੀਆ ਫਿਜ਼ੀਕ ਵਾਲੇ ਇਨਸਾਨ ਸੀ ਤੇ ਉਹਨਾਂ ਦੇ ਜਿਹੜਾ ਬੇਬੀ ਹੋਏਗਾ ਜੀ ਉਹ ਵੀ ਕਾਫੀ ਜ਼ਿਆਦਾ ਵਧੀਆ ਹੈਲਥੀ ਹੀ ਹੋਏਗਾ, ਉਹ ਵਧੀਆ ਫੂਡ ਵਗੈਰਾ ਖਾ ਰਹੇ ਹੋਣੇ ਆ ਤੇ ਉਹਦਾ ਜਿਹੜਾ ਪ੍ਰਭਾਵ ਹੈਗਾ ਸਿੱਧਾ ਤੁਹਾਨੂੰ ਇਸ ਚੀਜ਼ ਤੇ ਵੇਖਣ ਨੂੰ ਮਿਲੇਗਾ ਕਿ ਜੇਕਰ ਉਹਦੇ ਮਾਪਿਓ ਵਧੀਆ ਹੈਗੇ ਨੇ ਤੇ ਉਹਨਾਂ ਦਾ ਜਿਹੜਾ ਬੇਬੀ ਹੋਏਗਾ ਉਹ ਵੀ ਵਧੀਆ ਹੋਏਗਾ। ਸੋ ਪਹਿਲੀ ਗੱਲ ਤੁਹਾਨੂੰ ਕਲੀਅਰ ਹੋ ਗਈ ਹੋਣੀ ਆ ਕਿ ਉਹਦੀ ਜਿਹੜੀ ਫਿਜ਼ੀਕਲ ਜਿਹੜੀ ਸਟਰੈਂਥ ਹੈਗੀ ਆ ਉਹਦੇ ਤੇ ਤੁਹਾਨੂੰ ਜਿਹੜਾ ਪ੍ਰਭਾਵ ਹੈਗਾ ਇਹ ਵੇਖਣ ਨੂੰ ਮਿਲੇਗਾ। ਐਂਡ ਪਹਿਲਾ ਪੁਆਇੰਟ ਹੋ ਗਿਆ ਕਲੀਅਰ। ਦੂਸਰੇ ਪੁਆਇੰਟ ਤੇ ਲਿਖਿਆ ਹੋਇਆ ਔਨ ਇੰਟੈਲੀਜੈਂਸੀ। ਇੰਟੈਲੀਜੈਂਸੀ ਦਾ ਭਾਵ ਇਹ ਹੈ ਕਿ ਜਿਹੜੀ ਬੱਚੇ ਦੀ ਬੁੱਧੀ ਹੋਵੇਗੀ ਉਹਦੇ ਤੇ ਕੀ ਪ੍ਰਭਾਵ ਪਏਗਾ। ਜੇਕਰ ਕਿਸੇ ਪੇਰੈਂਟਸ ਜਿਹੜੇ ਹੈਗੇ ਆ ਉਹ ਬਹੁਤ ਜ਼ਿਆਦਾ ਇੰਟੈਲੀਜੈਂਟ ਨੇ, ਡਾਕਟਰ ਨੇ, ਤੇ ਆਪਾਂ ਮੰਨ ਕੇ ਚੱਲਦੇ ਹੁੰਦੇ ਆ ਕਿ ਉਹਦਾ ਜਿਹੜਾ ਬੇਬੀ ਹੋਏਗਾ ਉਹ ਵੀ ਇੰਟੈਲੀਜੈਂਟ ਹੀ ਹੋਏਗਾ। ਕੁਝ ਹੱਦ ਤੱਕ ਇਹ ਗੱਲ ਸਹੀ ਵੀ ਹੈ। ਐਂਡ ਆਪਾਂ ਨੂੰ ਵੇਖਣ ਨੂੰ ਗੱਲ ਮਿਲਦੀ ਹੈ ਕਿ ਜਿਨ੍ਹਾਂ ਮਾਂ ਪਿਓ ਦੇ ਜਿਹੜੀ ਕਹਿ ਲਓ ਕਿ ਬਹੁਤ ਜ਼ਿਆਦਾ ਤੇਜ਼ ਨਹੀਂ ਹੈਗੇ, ਦਿਮਾਗ ਤੇਜ਼ ਨਹੀਂ ਹੈ, ਜਾਂ ਫਿਰ ਕਹਿ ਸਕਦੇ ਹਾਂ ਕਿ ਉਹਨਾਂ ਦੀ ਜਿਹੜੀ ਮੈਂਟਲ ਡਿਵੈਲਪਮੈਂਟ ਹੈਗੀ ਹੈ ਚੰਗੀ ਤਰ੍ਹਾਂ ਨਹੀਂ ਹੋਈ ਹੁੰਦੀ, ਉਹ ਕੋਈ ਲੋਅਰ ਕੰਮ ਕਰ ਰਹੇ ਹੁੰਦੇ ਆ, ਉਸ ਅਕੋਰਡਿੰਗ ਉਹਨਾਂ ਦਾ ਜਿਹੜੇ ਬੇਬੀ ਹੁੰਦੇ ਨੇ ਉਹਨਾਂ ਦੀ ਇੰਟੈਲੀਜੈਂਸੀ ਇੰਨੀ ਜ਼ਿਆਦਾ ਨਹੀਂ ਹੁੰਦੀ। ਦੂਜੇ ਸ਼ਬਦਾਂ ਵਿੱਚ ਆਪਾਂ ਸਮਝ ਸਕਦੇ ਹਾਂ ਕਿ ਇੰਟੈਲੀਜੈਂਟ ਜਿਹੜੇ ਪੇਰੈਂਟਸ ਹੁੰਦੇ ਨੇ ਉਹਨਾਂ ਦੇ ਬੱਚੇ ਵੀ ਇੰਟੈਲੀਜੈਂਟ ਹੀ ਹੁੰਦੇ ਨੇ, ਬਟ ਇਹ 100% ਜ਼ਰੂਰੀ ਵੀ ਨਹੀਂ ਹੈ। ਇਸ ਗੱਲ ਦਾ ਮੈਂ ਲਾਸਟ ਤੇ ਤੁਹਾਨੂੰ ਦੱਸੂਗਾ ਕਿ ਇਹਦੇ ਵਿੱਚੋਂ ਜਿਹੜੀ ਗੱਲ ਹੈਗੀ ਆ ਐਗਜ਼ਾਮ ਦੇ ਵਿੱਚ ਕਿਵੇਂ ਪੁੱਛੀ ਜਾਂਦੀ ਹੈ, ਇਹਦੇ ਬਾਰੇ ਆਪਾਂ ਗੱਲ ਜ਼ਰੂਰ ਕਰਾਂਗੇ। ਤੇ ਇਹ ਗੱਲ ਤੁਸੀਂ ਸਮਝ ਕੇ ਹੋਣੇ ਆ ਕਿ ਇੰਟੈਲੀਜੈਂਸੀ ਜਿਹੜੀ ਹੈਗੀ ਆ, ਜਿਹੜੀ ਬੁੱਧੀ ਹੈ, ਉਹਦੇ ਤੇ ਕਿਵੇਂ ਪ੍ਰਭਾਵ ਪੈਂਦਾ ਹੈ ਜੇਕਰ ਉਹਦੇ ਮਾਪੇ ਇੰਟੈਲੀਜੈਂਟ ਨੇ ਤੇ ਉਹਨਾਂ ਦਾ ਜਿਹੜਾ ਬੇਬੀ ਹੋਏਗਾ ਉਹ ਵੀ ਇੰਟੈਲੀਜੈਂਟ ਹੋਏਗਾ। ਡਾਕਟਰ ਦਾ ਮੁੰਡਾ ਡਾਕਟਰ ਹੀ ਤੁਸੀਂ ਬਣਦਾ ਵੇਖਿਆ ਹੋਣਾ, ਟੀਚਰ ਦਾ ਮੁੰਡਾ ਟੀਚਰ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ ਜੀ ਇਹਦੇ ਵਿੱਚ ਵੀ, ਇੰਟੈਲੀਜੈਂਸੀ ਦੇ ਵਿੱਚ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਕਰੈਕਟਰ ਤੇ। ਕਿਸੇ ਵੀ ਪਰਸਨ ਦਾ ਜਿਹੜਾ ਕਰੈਕਟਰ ਹੈਗਾ, ਚਰਿੱਤਰ ਹੈ, ਉਹਦੇ ਤੇ ਇਹਦਾ ਜਿਹੜਾ ਪ੍ਰਭਾਵ ਹੈ ਉਹ ਕਿਵੇਂ ਪੈਂਦਾ ਹੈ। ਸੋ ਇਹ ਗੱਲ ਵੈਸੇ ਮੰਨੀ ਜਾਂਦੀ ਹੈ ਕਿ ਜਿਹੜੀਆਂ ਕੁਝ ਮੋਰਲ ਵੈਲਿਊਜ਼ ਹੁੰਦੀਆਂ ਨੇ ਉਹ ਵੀ ਬੱਚੇ ਦੇ ਜਨਮ ਤੋਂ ਬਾਅਦ ਉਹਨਾਂ ਦੇ ਮਾਪਿਓ ਤੋਂ ਟਰਾਂਸਫਰ ਹੁੰਦੀਆਂ ਨੇ। ਕੁਝ ਮੋਰਲ ਜਿਹੜੀਆਂ ਵੈਲਿਊਜ਼ ਹੁੰਦੀਆਂ ਨੇ, ਠੀਕ ਹੈ ਜੀ। ਕਈ ਵਾਰ ਤੁਸੀਂ ਵੇਖਿਆ ਹੋਣਾ ਕਿ ਜੇਕਰ ਕਿਸੇ ਪਰਸਨ ਦੇ ਮਾਪਿਓ ਸ਼ਾਂਤ ਸੁਭਾਅ ਦੇ ਹੈਗੇ ਨੇ ਤੇ ਉਹਨਾਂ ਦੇ ਜਿਹੜੇ ਬੇਬੀਜ਼ ਹੁੰਦੇ ਨੇ, ਜਿਹੜੇ ਬੱਚੇ ਹੁੰਦੇ ਨੇ, ਉਹਨਾਂ ਦਾ ਵੀ ਜਿਹੜਾ ਸੁਭਾਅ ਹੁੰਦਾ ਹੈ ਉਹ ਕਾਫੀ ਜ਼ਿਆਦਾ ਸ਼ਾਂਤ ਹੁੰਦਾ ਹੈ। ਸੋ ਇਸ ਤਰ੍ਹਾਂ ਉਹਨਾਂ ਦਾ ਜਿਹੜਾ ਕਰੈਕਟਰ ਹੈਗਾ, ਜਿਹੜਾ ਚਰਿੱਤਰ ਹੈ, ਉਹ ਵੀ ਜਿਹੜਾ ਹੈਗਾ ਮਾਪਿਓ ਦਾ, ਉਹ ਵੀ ਹੈਰੀਡਿਟੀ ਦੇ ਥਰੂ ਕਿਸ ਬੱਚੇ ਦਾ ਜਿਹੜਾ ਹੈਗਾ ਪ੍ਰਭਾਵਿਤ ਕਰਦਾ ਹੈ। ਤਿੰਨ ਗੱਲਾਂ ਤੁਸੀਂ ਸਮਝ ਗਏ ਆ ਕਿ ਬੱਚੇ ਦੇ ਮਤਲਬ ਹੈ ਨਾ ਵੀ ਕਿਵੇਂ ਪ੍ਰਭਾਵਿਤ ਕਰਦਾ। ਫਿਜ਼ੀਕਲ ਦੇ ਵਿੱਚ ਹੈ ਨਾ ਆ ਸਾਰੀਆਂ ਚੀਜ਼ਾਂ ਆ ਸਕਦੀਆਂ, ਜਿਵੇਂ ਹੇਅਰ ਦਾ ਕਲਰ ਹੋ ਗਿਆ, ਬੋਡੀ ਟਾਈਪ ਹੋ ਗਈ, ਸਕਿਨ ਕਲਰ ਹੋ ਗਿਆ, ਜੇਕਰ ਆਪਾਂ ਸਰੀਰਕ ਵਿਸ਼ੇਸ਼ਤਾਵਾਂ ਦੀ ਗੱਲ ਕਰਦੇ ਹਾਂ। ਇਸੇ ਤਰ੍ਹਾਂ ਹੀ ਆਪਾਂ ਇੰਟੈਲੀਜੈਂਸੀ ਦੀ ਗੱਲ ਕਰ ਲਈ, ਕਰੈਕਟਰ ਦੀ ਗੱਲ ਕਰ ਲਈ। ਸਿਗਨੀਫਿਕੈਂਸ ਦੀ ਜੇਕਰ ਆਪਾਂ ਗੱਲ ਕਰੀਏ ਕਿ ਹੈਰੀਡਿਟੀ ਨੂੰ ਆਪਾਂ ਨੂੰ ਪੜ੍ਹਨ ਦੀ ਕਿਉਂ ਲੋੜ ਹੈ, ਐਜੂਕੇਸ਼ਨ ਦੇ ਵਿੱਚ ਆਪਾਂ ਇਹਨਾਂ ਚੀਜ਼ਾਂ ਨੂੰ ਕਿਉਂ ਪੜ੍ਹ ਰਹੇ ਹਾਂ ਤੇ ਇਹਦਾ ਕੀ ਫਾਇਦਾ ਹੈਗਾ। ਸਭ ਤੋਂ ਪਹਿਲੀ ਗੱਲ ਲਿਖੀ ਹੋਈ ਹੈ ਫਾਊਂਡੇਸ਼ਨ ਆਫ ਇੰਟੈਲੈਕਚੁਅਲ ਪੋਟੈਂਸ਼ੀਅਲ ਆਫ ਅ ਚਾਈਲਡ। ਠੀਕ ਹੈ ਜੀ, ਆਪਾਂ ਨੂੰ ਇਹ ਪਤਾ ਲੱਗ ਜਾਏਗਾ ਕਿ ਜਿਹੜਾ ਬੱਚਾ ਹੈ ਉਹਦਾ ਫਾਊਂਡੇਸ਼ਨ ਬਾਰੇ ਆਪਾਂ ਨੂੰ ਪਤਾ ਲੱਗ ਗਿਆ ਕਿ ਠੀਕ ਹੈ ਵੀ, ਜਿਵੇਂ ਕਿ ਕੋਈ ਬੱਚਾ ਹੈ ਉਹ ਜੇ ਉਹਦੇ ਮਾਪਿਓ ਹੈਗੇ ਆ ਨਾ, ਮਤਲਬ ਹੈਲਦੀ ਵਗੈਰਾ ਹੈਗੇ ਆ, ਉਹ ਕਾਫੀ ਜ਼ਿਆਦਾ ਇੰਟੈਲੀਜੈਂਟ ਵੀ ਨੇ, ਤੇ ਆਪਾਂ ਉਹਦੇ ਬਿਹਾਵ ਤੇ ਵੀ ਪਤਾ ਲਗਾ ਸਕਦੇ ਹਾਂ ਕਿ ਠੀਕ ਹੈ ਵੀ ਜਿਹੜਾ ਬੱਚੇ ਦਾ ਵਿਕਾਸ ਹੈ ਉਹ ਕਿੰਨਾ ਕੁ ਹੋਇਆ ਹੈਗਾ। ਐਂਡ ਇਹਦੇ ਨਾਲ ਆਪਾਂ ਕੀ ਕਰ ਸਕਦੇ ਹਾਂ, ਮਤਲਬ ਇਹਦੇ ਨਾਲ ਜਿਹੜੀ ਬੱਚੇ ਦੀ ਫਾਊਂਡੇਸ਼ਨ ਹੈਗੀ ਉਸ ਤੋਂ ਬਾਅਦ ਹੀ ਆਪਾਂ ਜਿਹੜਾ ਕੰਮ ਹੈਗਾ ਉਹ ਕਰਾਵਾਂਗੇ। ਜਿਵੇਂ ਕਿ ਜੇਕਰ ਕੋਈ ਬੱਚਾ ਹੈ ਪਹਿਲਾਂ ਤੁਰਨਾ ਫਿਰਨਾ ਤਾਂ ਸਿੱਖਿਆ ਹੀ ਹੋਊਗਾ ਨਾ ਉਹਨੇ, ਉਸ ਤੋਂ ਬਾਅਦ ਹੀ ਆਪਾਂ ਜੋ ਕੁਝ ਵੀ ਚੀਜ਼ਾਂ ਨੇ ਆਪਾਂ ਉਹਨੂੰ ਸਿਖਾਵਾਂਗੇ। ਸੋ ਮਤਲਬ ਇਹ ਕਿ ਜਿਹੜੀ ਇਹਦੀ ਸਿਗਨੀਫਿਕੈਂਸ ਹੈਗੀ ਹੈਰੀਡਿਟੀ ਦੀ, ਜਿਹੜੀ ਇਹਦੀ ਫਾਊਂਡੇਸ਼ਨ ਹੈਗੀ ਹੈ ਇੰਟੈਲੈਕਚੁਅਲ ਪੋਟੈਂਸ਼ੀਅਲ ਆਫ ਅ ਚਾਈਲਡ, ਵੀ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਇਹਦੀ ਜਿਹੜੀ ਪੋਟੈਂਸ਼ੀਅਲ ਹੈਗੀ ਉਹ ਕਿੰਨੀ ਕੁ ਹੈਗੀ ਆ, ਐਂਡ ਆਪਾਂ ਇਸ ਤੋਂ ਬਾਅਦ ਇਹਦੇ ਤੋਂ ਕੀ ਕੁਝ ਕਰਵਾ ਸਕਦੇ ਹਾਂ। ਠੀਕ ਹੈ ਜੀ, ਸੋ ਇਹ ਗੱਲ ਵੀ ਹੈਗੀ, ਇਹਦੀ ਸਿਗਨੀਫਿਕੈਂਸ ਹੈ। ਦੂਜਾ ਹੈ ਟੂ ਨਰਚਰ ਦਾ ਨੀਡਸ ਆਫ ਚਾਈਲਡ। ਆਪਾਂ ਨੂੰ ਬੱਚਿਆਂ ਦੀਆਂ ਜ਼ਰੂਰਤਾਂ ਦਾ ਪਤਾ ਲੱਗ ਜਾਏਗਾ ਕਿ ਠੀਕ ਹੈ ਜੀ ਬੱਚੇ ਨੂੰ ਇਸ ਚੀਜ਼ ਦੀ ਜ਼ਰੂਰਤ ਹੈਗੀ, ਇਹੋ ਜਿਹੇ এনवायरमेंट ਦੀ ਲੋੜ ਹੈਗੀ ਆ, ਬੱਚਾ ਕੁਝ ਇਸ ਤਰ੍ਹਾਂ ਸਮਝ ਸਕਦਾ। ਸੋ ਆਪਾਂ ਉਹਦੀਆਂ ਜਿਹੜੀਆਂ ਜ਼ਰੂਰਤਾਂ ਨੇ ਜੀ ਉਹਦਾ ਵੀ ਨਰਚਰ ਕਰ ਸਕਦੇ ਹਾਂ। ਠੀਕ ਹੈ, ਅੱਗੇ ਆ ਗਿਆ ਹੈਰੀਡਿਟੀ ਡਿਟਰਮਾਈਨਸ ਮੈਚੂਰੇਸ਼ਨਸ। ਇਹਦਾ ਮਤਲਬ ਇਹ ਹੈ ਕਿ ਜਿਹੜੀ ਹੈਰੀਡਿਟੀ ਹੈਗੀ ਹੈ ਤਾਂ ਉਹ ਤੁਹਾਡੀ ਮੈਚੂਰੇਸ਼ਨਸ ਨੂੰ ਵੀ ਨਿਰਧਾਰਿਤ ਕਰਦੀ ਹੈ। ਕਿਵੇਂ ਕਰਦੀ ਹੈ? ਜਦੋਂ ਬੱਚਾ ਜਨਮ ਲੈ ਲੈਂਦਾ ਹੈ, ਮੰਨ ਲਓ ਜੇਕਰ ਉਹ ਹੈਂਡੀਕੈਪਡ ਬੱਚਾ ਹੋਵੇ, ਫਿਰ ਕਿਤੇ ਨਾ ਕਿਤੇ ਥੋੜੀ ਬਹੁਤ ਪ੍ਰੋਬਲਮ ਆਉਂਦੀ ਹੈ। ਗੱਲ ਇਹ ਵੀ ਨਹੀਂ ਕਿ ਉਹ ਸਿੱਖ ਨਹੀਂ ਸਕਦਾ, ਬਟ ਇਹ ਜਿਹੜੀ ਹੈਰੀਡਿਟੀ ਹੁੰਦੀ ਹੈ, ਜਿੰਨਾ ਮਤਲਬ ਉਹਨੇ ਸਿੱਖ ਲਿਆ, ਜਿੰਨੇ ਵੀ ਉਹਦੇ ਮਾਪਿਓ ਦੇ ਜਿਹੜੇ ਕਰੈਕਟਰਿਸਟਿਕਸ ਹੈਗੇ ਸੀ ਉਹ ਬੱਚੇ ਦੇ ਵਿੱਚ ਆ ਚੁੱਕੇ ਆ, ਉਸ ਤੋਂ ਬਾਅਦ ਹੀ ਆਪਾਂ ਸ਼ੁਰੂ ਕਰਾਂਗੇ। ਸੋ ਕਿਤੇ ਨਾ ਕਿਤੇ ਜਿਹੜੀ ਹੈਰੀਡਿਟੀ ਹੈਗੀ ਹੈ ਇਹ ਵੀ ਬੱਚੇ ਦੀ ਜਿਹੜੀ ਮੈਚੂਰੇਸ਼ਨ ਹੈ ਉਹਨੂੰ ਨਿਰਧਾਰਿਤ ਕਰਦੀ ਹੈ। ਉਮੀਦ ਕਰਦਾ ਤੁਸੀਂ ਇਸ ਗੱਲ ਨੂੰ ਸਮਝ ਗਏ ਹੋਣੇ ਆ। ਹੁਣ ਆਪਾਂ ਸ਼ੁਰੂ ਕਰਦੇ ਹਾਂ এনवायरमेंट ਨੂੰ, ਕਿ ਵਾਤਾਵਰਣ ਦਾ ਅਰਥ ਅਤੇ ਪਰਿਭਾਸ਼ਾ। ਵਾਤਾਵਰਣ ਦੀ ਜੇਕਰ ਆਪਾਂ ਅਰਥ ਦੀ ਗੱਲ ਕਰੀਏ, ਇਹ ਜਿਹੜਾ ਇੱਕ ਫ੍ਰੈਂਚ ਵਰਡ ਹੈ, ਫ੍ਰੈਂਚ ਵਰਡ ਕਿਹੜਾ ਹੈ? ਫ੍ਰੈਂਚ ਵਰਡ ਜਿਹੜਾ ਹੈ ਇਨਵਾਇਰੋਨੀਆ, ENVIRONIA। ਇਨਵਾਇਰੋਨੀਆ ਸ਼ਬਦ ਤੋਂ ਜਿਹੜਾ এনवायरमेंट ਜਿਹੜਾ ਸ਼ਬਦ ਹੈਗਾ ਇਹ ਬਣਿਆ ਹੋਇਆ। ਇਨਵਾਇਰੋਨੀਆ ਦਾ
ਭਾਵ ਹੈਗਾ ਸਰਾਊਂਡ, ਆਪਣੇ ਆਲੇ ਦੁਆਲੇ। ਤੇ ਆਲੇ ਦੁਆਲੇ ਕੀ ਆ ਜੀ, ਆਲੇ ਦੁਆਲੇ ਆਪਣੇ ਮੈਦਾਨ ਹੈਗੇ ਆ, ਦਰਖਤ ਹੈਗੇ ਆ, ਪਰਬਤ ਹੈਗੇ ਆ, ਪਠਾਰ ਹੈ, ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਚੀਜ਼ਾਂ ਨੇ ਆਪਣੇ ਆਲੇ ਦੁਆਲੇ। ਇਹਨੂੰ ਆਪਾਂ ਕੀ ਕਹਿੰਦੇ ਆ ਜੀ, ਐਨਵਾਇਰੋਨੀਆ ਜਿਹੜਾ ਸ਼ਬਦ ਹੈ ਇੱਕ ਫ੍ਰੈਂਚ ਸ਼ਬਦ ਹੈ, ਇਹਦੇ ਤੋਂ ਹੀ ਜਿਹੜਾ ਇਹ ਵਾਤਾਵਰਣ ਹੈ ਇਹ ਬਣਿਆ ਹੋਇਆ। ਵਾਤਾਵਰਣ ਦੇ ਕੀ ਪ੍ਰਭਾਵ ਨੇ ਜੀ, ਵਾਤਾਵਰਣ ਦਾ ਜਿਹੜਾ ਪਹਿਲਾ ਪ੍ਰਭਾਵ ਹੈ ਉਹ ਹੈ ਫਿਜ਼ੀਕਲ ਡਿਸਸਿਮਿਲੈਰਿਟੀਜ਼, ਜਿਹਨੂੰ ਆਪਾਂ ਸਰੀਰਕ ਅਸਮਾਨਤਾਵਾਂ ਕਹਿੰਦੇ ਆ। ਸਰੀਰਕ ਅਸਮਾਨਤਾਵਾਂ ਤੋਂ ਭਾਵ ਇਹ ਹੈ ਕਿ এনवायरमेंट ਕਿਸੇ ਦੀ ਸਰੀਰ ਤੇ ਅਸਮਾਨਤਾਵਾਂ ਦੇ ਵਿੱਚ ਕਿਵੇਂ ਪ੍ਰਭਾਵ ਪਾ ਸਕਦਾ। ਸੋ ਇਹਦੇ ਵਿੱਚ ਜੇਕਰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਤੇ ਕਈ ਵਾਰ ਤੁਸੀਂ ਲੋਕ ਵੇਖੇ ਹੋਣੇ ਆ ਜਿਹੜੇ ਪਰਬਤਾਂ ਤੇ ਰਹਿੰਦੇ ਆ, ਕਈ ਵਾਰ ਤੁਸੀਂ ਲੋਕ ਵੇਖੋਗੇ ਜਿਹੜੇ ਮੈਦਾਨੀ ਖੇਤਰਾਂ 'ਚ ਰਹਿੰਦੇ ਆ ਤੇ ਪਰਬਤਾਂ ਤੇ ਰਹਿਣ ਵਾਲੇ ਜਿਹੜੇ ਲੋਕ ਆ ਉਹਨਾਂ ਦੀ ਜਿਹੜੀ ਹਾਈਟ ਹੈਗੀ ਆ ਉਹ ਘੱਟ ਕਿਉਂ ਹੁੰਦੀ ਆ, ਕੋਈ ਰੀਜ਼ਨ ਹੋਊਗਾ ਨਾ। ਤੇ ਮੈਦਾਨਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੀ ਹਾਈਟ ਵੀ ਵੱਡੀ ਹੁੰਦੀ ਆ, ਸਟਰੋਂਗ ਵੀ ਹੁੰਦੇ ਨੇ। ਸੋ ਇਹ ਕੁਝ ਤੁਹਾਨੂੰ ਭਿੰਨਤਾਵਾਂ ਵੇਖਣ ਨੂੰ ਮਿਲ ਰਹੀਆਂ ਨੇ। ਜਿਹੜੇ ਲੋਕ ਪਰਬਤਾਂ ਵਿੱਚ ਰਹਿੰਦੇ ਆ ਜਾਂ ਫਿਰ ਯੂਰਪ ਵਰਗੀਆਂ ਕੰਟਰੀਆਂ ਵਿੱਚ ਜਿੱਥੇ ਬਹੁਤ ਜ਼ਿਆਦਾ ਠੰਡ ਪੈਂਦੀ ਆ, ਉੱਥੇ ਉਹਨਾਂ ਦਾ ਜਿਹੜਾ ਕਲਰ ਹੁੰਦਾ ਉਹ ਵਾਈਟ ਕਾਫੀ ਹੁੰਦਾ ਹੈ ਨਾ। ਆਪਣੇ ਜਿਹੜੇ ਭਾਰਤੀ ਹੁੰਦੇ ਆ ਮੇਨਲੀ ਡਾਰਕ ਜਾਂ ਫਿਰ ਸਾਂਵਲੇ ਜਿਹੇ ਰੰਗ ਦੇ ਹੁੰਦੇ ਆ। ਸੋ ਇਹ ਕੀ ਰੀਜ਼ਨ ਹੈ ਇਹਦੇ ਪਿੱਛੇ, ਇਹਦੇ ਪਿੱਛੇ ਮਤਲਬ এনवायरमेंट ਕਿਤੇ ਨਾ ਕਿਤੇ ਇਹਨਾਂ ਦੀ ਫਿਜ਼ੀਕਲ ਜਿਹੜੀ ਅਸਮਾਨਤਾਵਾਂ ਨੇ, ਫਿਜ਼ੀਕਲ ਡਿਸਸਿਮਿਲੈਰਿਟੀ ਦੇ ਵਿੱਚ ਫਰਕ ਤਾਂ ਪਾ ਰਹੀ ਹੈ ਨਾ। ਇਹ ਗੱਲ ਨੂੰ ਤੁਸੀਂ ਸਮਝ ਗਏ ਹੋਣੇ ਆ। ਸੋ ਇਹ ਜਿਹੜੀ ਗੱਲ ਹੈ ਇਹ ਵੀ ਮਤਲਬ এনवायरमेंट ਨੂੰ ਪ੍ਰਭਾਵਿਤ ਕਰਦੀ ਹੈ। এনवायरमेंट ਨੂੰ ਮਤਲਬ ਇਹ ਜਿਹੜਾ ਕਾਰਕ ਹੈਗਾ ਇਹ ਪ੍ਰਭਾਵਿਤ ਕਰਦਾ ਕਿਸੇ ਵੀ ਬੱਚੇ ਦੇ ਵਿਕਾਸ ਤੇ, ਕਿਉਂਕਿ ਆਪਾਂ ਬੱਚੇ ਦੇ ਵਿਕਾਸ ਬਾਰੇ ਹੀ ਪੜ੍ਹ ਰਹੇ ਹਾਂ ਕਿ ਬੱਚੇ ਦੇ ਵਿਕਾਸ ਵਿੱਚ ਵੰਸ਼ਵਾਦ ਅਤੇ ਵਾਤਾਵਰਣ ਕਿਵੇਂ ਪ੍ਰਭਾਵਿਤ ਕਰਦਾ ਹੈ। ਸੋ ਵਾਤਾਵਰਣ ਦਾ ਜਿਹੜਾ ਪਹਿਲਾ ਪੁਆਇੰਟ ਹੈ ਕੁਝ ਇਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਦੂਜੇ ਪੁਆਇੰਟ ਤੇ ਵੇਖੋ, ਇਫੈਕਟ ਔਨ ਸੁਪੀਰੀਅਰਿਟੀ ਆਫ ਰੇਸਿਸ। ਕਈ ਵਾਰ ਆਪਾਂ ਵੇਖਿਆ ਹੁੰਦਾ ਕਿ ਜਿਹੜੇ ਪਹਿਲਾਂ ਵਾਲੇ ਰਾਜਾ ਮਹਾਰਾਜਾ ਹੁੰਦੇ ਸੀਗੇ ਉਹਨਾਂ ਦੇ ਜਿਹੜੇ ਬੱਚੇ ਹੁੰਦੇ ਸੀ ਉਹ ਵੀ ਰਾਜਾ ਹੀ ਬਣਦੇ ਸੀਗੇ। ਇਹਦੇ ਪਿੱਛੇ ਕੀ ਕਾਰਨ ਸੀ, ਕਿਉਂਕਿ ਉਹਨਾਂ ਨੂੰ এনवायरमेंट ਹੀ ਇਹੋ ਜਿਹਾ ਦਿੱਤਾ ਜਾਂਦਾ ਸੀਗਾ। ਬਟ ਜੇ ਕੋਈ ਉਹੀ ਰਾਜਾ ਦਾ ਜਿਹੜਾ ਬੱਚਾ ਹੈ ਉਹਨੂੰ ਆਪਾਂ ਆਮ ਲੋਕਾਂ ਦੇ ਵਿੱਚ ਸਿੱਟ ਦਈਏ ਤੇ ਕਿਉਂ ਰਾਜਾ ਬਣੇਗਾ, ਨਹੀਂ ਬਣੇਗਾ, ਕਿਉਂਕਿ ਉਹਨੂੰ ਇਹੋ ਜਿਹਾ এনवायरमेंट ਹੀ ਨਹੀਂ ਮਿਲਣਾ ਜਿਹਦੇ ਨਾਲ ਉਹ ਯੁੱਧ ਕਲਾਵਾਂ ਨਹੀਂ ਸਿੱਖ ਸਕਦਾ। ਹੋਰ ਜਿਹੜੀਆਂ ਰਾਜਾਵਾਂ ਦੀਆਂ ਜੋ ਵੀ ਮਤਲਬ ਰਾਜ ਕਰਨ ਲਈ ਜਿਹੜੀਆਂ ਗੱਲਾਂ ਸਿੱਖਣੀਆਂ ਹੁੰਦੀਆਂ ਸੀਗੀਆਂ ਉਹ ਉਹਨਾਂ ਗੱਲਾਂ ਨੂੰ ਸਿੱਖ ਹੀ ਨਹੀਂ ਸਕਦਾ, ਫਿਰ ਉਹ ਰਾਜਾ ਨਹੀਂ ਬਣ ਸਕਦਾ। ਸੋ ਮਤਲਬ ਇਹ ਕਿ ਜਿਹੜਾ ਹੈਗਾ ਨਸਲ ਦੀ ਉੱਤਮਤਾ ਦਾ ਵੀ ਜਿਹੜਾ ਪ੍ਰਭਾਵ ਹੈਗਾ ਇਹ ਵੀ ਤੁਹਾਨੂੰ ਵੇਖਣ ਨੂੰ ਮਿਲਦਾ ਹੈ ਕਿ ਭਾਵੇਂ ਉਹ ਰਾਜਾ ਮਤਲਬ ਹੈ ਨਾ ਰਾਜੇ ਦਾ ਬੱਚਾ ਹੋਵੇ, ਜਿਵੇਂ ਕਿ ਜੇਕਰ ਉਹ ਰਾਜੇ ਦਾ ਮੁੰਡਾ ਸੀਗਾ ਉੱਥੇ ਹੀ ਰਹਿ ਰਿਹਾ ਸੀ ਤੇ ਉਹਨੂੰ এনवायरमेंट ਮਿਲਿਆ ਤੇ ਉਹ ਰਾਜਾ ਬਣ ਗਿਆ, ਜਦੋਂ ਉਹਨੂੰ এনवायरमेंट ਨਹੀਂ ਮਿਲਿਆ ਉਹਨੂੰ ਆਮ ਲੋਕਾਂ ਵਿੱਚ ਛੱਡ ਦਿੱਤਾ ਕਿ ਉਹ ਰਾਜਾ ਨਹੀਂ ਬਣ ਸਕਿਆ। ਸੋ ਇਹ ਗੱਲ ਜਿਹੜੀ ਹੈਗੀ ਇਹ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਕਰਦੀ ਆ। ਤੀਸਰੇ ਨੰਬਰ ਤੇ ਆ ਗਿਆ ਇਫੈਕਟ ਔਨ ਪਰਸਨੈਲਿਟੀ, ਕਿ ਸ਼ਖਸੀਅਤ ਤੇ ਪ੍ਰਭਾਵ। ਜੇਕਰ ਤੁਹਾਨੂੰ ਜਿਹੜਾ এনवायरमेंट ਹੈ ਉਹ ਬਹੁਤ ਹੀ ਵਧੀਆ ਮਿਲ ਰਿਹਾ ਹੈ, ਲੋਕ ਤੁਹਾਨੂੰ ਚੰਗੇ ਮਿਲ ਰਹੇ ਨੇ, ਬੜੇ ਹੀ ਪਿਆਰ ਨਾਲ ਬੁਲਾ ਰਹੇ ਨੇ, ਸੋ ਉਹਦਾ ਜਿਹੜਾ ਪ੍ਰਭਾਵ ਹੈਗਾ ਤੁਹਾਡੀ ਪਰਸਨੈਲਿਟੀ ਤੇ ਵੀ ਵੇਖਣ ਨੂੰ ਮਿਲੇਗਾ। ਠੀਕ ਹੈ ਜੀ। ਜੇਕਰ ਉਹੀ ਤੁਹਾਨੂੰ ਕੋਈ ਮਾੜੇ ਲੋਕ ਮਿਲਣ, ਚੰਗੇ ਲੋਕ ਮਿਲਣ ਤੇ ਉਹਦਾ ਪ੍ਰਭਾਵ ਵੀ ਤੁਹਾਡਾ ਬੁਰੇ ਤਰੀਕੇ ਨਾਲ ਤੁਹਾਡੀ ਪਰਸਨੈਲਿਟੀ ਤੇ ਪੈਣ ਵਾਲਾ ਹੈ ਜਾਂ ਫਿਰ ਬੱਚਿਆਂ ਦੀ ਪਰਸਨੈਲਿਟੀ ਤੇ ਪਵੇਗਾ। ਇਹ ਗੱਲ ਵੀ ਕਲੀਅਰ ਹੋ ਗਈ ਹੋਣੀ ਆ। ਹੁਣ ਆਪਾਂ ਗੱਲ ਕਰ ਲੈਂਦੇ ਆ ਇਫੈਕਟਸ ਔਨ ਮੈਂਟਲ ਗਰੋਥ। ਮੈਂਟਲ ਗਰੋਥ ਦਾ ਭਾਵ ਇਹ ਹੈ ਕਿ ਮਾਨਸਿਕ ਵਿਕਾਸ ਤੇ ਜਿਹੜਾ ਪ੍ਰਭਾਵ ਹੈ ਉਹ ਵੀ ਤੁਹਾਨੂੰ ਵੇਖਣ ਨੂੰ ਮਿਲਦਾ ਹੈ। ਮਾਨਸਿਕ ਵਿਕਾਸ ਦੀ ਜੇਕਰ ਆਪਾਂ ਗੱਲ ਕਰੀਏ ਕਿ ਜਿਵੇਂ ਕਿ ਆਪਾਂ ਨੂੰ ਜਿਹੜਾ ਆਪਣਾ ਆਲਾ ਦੁਆਲਾ ਵੇਖਣ ਨੂੰ ਮਿਲ ਰਿਹਾ, ਇਹਦੇ ਤੇ ਆਪਾਂ ਨੂੰ ਕੁਝ ਵਧੀਆ ਐਕਟੀਵਿਟੀਜ਼ ਕਰਨ ਨੂੰ ਮਿਲ ਰਹੀਆਂ ਨੇ ਐਂਡ ਇਸ ਦੇ ਨਾਲ ਨਾਲ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਨੂੰ ਇਹੋ ਜਿਹੇ ਕੰਮ ਕਰਨ ਨੂੰ ਮਿਲ ਰਹੇ ਨੇ ਜਿਨ੍ਹਾਂ ਨੂੰ ਆਪਾਂ ਨੂੰ ਸਿੱਖਣ ਨੂੰ ਮਿਲ ਰਿਹਾ ਹੈ। ਸੋ ਇਹਦੇ ਨਾਲ ਵੀ ਆਪਣੀ ਜਿਹੜੀ ਮੈਂਟਲ ਜਿਹੜੀ ਗਰੋਥ ਹੈਗੀ ਆ ਇਹ ਵੇਖਣ ਨੂੰ ਮਿਲਦੀ ਹੈ। ਇੱਕ ਮੈਂ ਐਗਜ਼ਾਮਪਲ ਤੁਹਾਨੂੰ ਦਿੰਦਾ ਕਿ ਕਈ ਵਾਰ ਨਾ ਆਪਾਂ ਵੇਖਦੇ ਹਾਂ, ਇੱਕ ਵਾਰ ਹਨੇਰੀ ਚੱਲ ਪਈ ਸੀ ਕਿਸੇ ਪਿੰਡ ਵਿੱਚ, ਉੱਥੇ ਦੋ ਬੱਚੇ ਸੀਗੇ, ਜੁੜਵਾ ਸੀਗੇ, ਟਵਿਨ ਸੀ, ਉਹ ਦੋਵੇਂ ਵੱਖ ਹੋ ਗਏ ਤੇ ਇੱਕ ਜਿਹੜਾ ਬੱਚਾ ਸੀ ਉਹ ਤਾਂ ਚਲਾ ਗਿਆ ਚੋਰ ਕੋਲ ਤੇ ਦੂਜਾ ਚਲਾ ਗਿਆ ਇੱਕ ਸਾਧ ਕੋਲ। ਤੇ ਉਹਨਾਂ ਤੇ ਜਿਹੜਾ ਫਰਕ ਪਿਆ ਨਾ, ਮਤਲਬ ਕਿ 10-15 ਸਾਲਾਂ ਬਾਅਦ ਵੇਖਿਆ ਤੇ ਇੱਕ ਬਹੁਤ ਵੱਡਾ ਚੋਰ ਬਣ ਗਿਆ ਸੀ ਤੇ ਦੂਜਾ ਵੀ ਬੜੇ ਸ਼ਾਂਤ ਸੁਭਾਅ ਦਾ ਬੰਦਾ ਬਣ ਗਿਆ ਸੀਗਾ। ਹੈਗੇ ਤਾਂ ਦੋਵੇਂ ਭਰਾ ਹੀ ਸੀ ਨਾ, ਮਤਲਬ ਕਿਤੇ ਨਾ ਕਿਤੇ ਉਹਦੀ ਮੈਂਟਲ ਗਰੋਥ ਤੇ ਫਿਜ਼ੀਕਲ এনवायरमेंट ਦਾ ਜਿਹੜਾ ਸੀਗਾ ਕਾਫੀ ਜ਼ਿਆਦਾ ਫਰਕ ਪਿਆ। ਠੀਕ ਆ ਜੀ। ਸੋ ਇਹ ਗੱਲ ਵੀ ਤੁਹਾਨੂੰ ਵੇਖਣ ਨੂੰ ਮਿਲਦੀ ਆ ਕਿ ਉਹਨਾਂ ਦੀ ਜਿਹੜੀ ਇਫੈਕਟਸ ਔਨ ਮੈਂਟਲ ਗਰੋਥ, ਮਾਨਸਿਕ ਵਿਕਾਸ ਤੇ ਪ੍ਰਭਾਵ ਜਿਹੜਾ ਹੈ ਇਹ ਵੇਖਣ ਨੂੰ ਮਿਲਦਾ ਹੈ। ਸੋ ਮੰਨ ਲਓ ਵੀ ਹੈ ਨਾ, ਆਪਾਂ ਕਈ ਵਾਰ ਐਗਜ਼ਾਮਪਲ ਲੈਂਦੇ ਹੁੰਦੇ ਆ ਕਿ ਜੇਕਰ ਮੰਨ ਲਓ ਕਿਸੇ ਬੱਚੇ ਨੇ ਡਾਕਟਰ ਬਣਨਾ ਆ, ਉਹਨੂੰ ਕਲਾਸ ਵਿੱਚ ਇਹੋ ਜਿਹਾ এনवायरमेंट ਨਹੀਂ ਮਿਲ ਰਿਹਾ, ਜਿਵੇਂ ਕਿ ਟੀਚਰ ਉਹਨੂੰ ਚੰਗੀ ਤਰ੍ਹਾਂ ਨਹੀਂ ਪੜ੍ਹਾ ਪਾ ਰਹੇ ਜਾਂ ਫਿਰ ਉਹਨੂੰ এনवायरमेंट ਇਹੋ ਜਿਹਾ ਨਹੀਂ ਮਿਲ ਰਿਹਾ ਤੇ ਕਿ ਉਹ ਡਾਕਟਰ ਬਣ ਸਕਦਾ ਹੈ, ਨਹੀਂ ਬਣ ਸਕਦਾ। ਸੋ ਜਿਹਦੇ ਵਿੱਚ ਆਪਾਂ ਸਮਝ ਸਕਦੇ ਹਾਂ ਕਿਤੇ ਨਾ ਕਿਤੇ এনवायरमेंट ਦਾ ਜਿਹੜਾ ਮਾਨਸਿਕ ਪ੍ਰਭਾਵ ਜਿਹੜਾ ਹੈਗਾ, ਮਾਨਸਿਕ ਵਿਕਾਸ ਤੇ ਜਿਹੜਾ ਪ੍ਰਭਾਵ ਹੈ ਉਹ ਵੀ ਪੈਂਦਾ ਹੈ। ਹੁਣ ਵੇਖੋ ਅੱਗੇ ਗੱਲ ਕਰਦੇ ਹਾਂ ਆਪਾਂ ਨੇਚਰ ਵਰਸਸ ਨਰਚਰ ਡਿਬੇਟ ਦੀ ਗੱਲ ਕਰਦੇ ਹਾਂ। ਕੁਦਰਤ ਵਰਸਸ ਪਾਲਣ ਪੋਸ਼ਣ। ਕੁਦਰਤ ਕੀ ਹੈ ਜੀ? ਕੁਦਰਤ ਹੈਗੀ ਹੈ ਹੈਰੀਡਿਟੀ। ਨੇਚਰ ਕੀ ਹੈ? ਹੈਰੀਡਿਟੀ। ਨੇਚਰ ਨੂੰ ਤੁਸੀਂ
ਇਨਵਾਇਰਨਮੈਂਟ ਨਾਲ ਨਾ ਕਨਫਿਊਜ਼ ਕਰ ਲਿਓ। ਇਨਵਾਇਰਨਮੈਂਟ ਤਾਂ ਆਪਾਂ ਮੇਨਲੀ ਕਹਿ ਦਿੰਦੇ ਆ ਕਿ ਇਹ ਕੀ ਹੈ, ਇਹ ਨਰਚਰ ਹੈਗਾ, ਤੁਸੀਂ ਉਹਦਾ ਪਾਲਣ ਪੋਸ਼ਣ ਕਰ ਕਿਵੇਂ ਰਹੇ ਹੋ, ਪਾਲਣ ਪੋਸ਼ਣ ਜਿਹੜਾ ਤੁਸੀਂ ਕਰ ਰਹੇ ਹੋ ਇਹਨੂੰ ਆਪਾਂ ਇਨਵਾਇਰਨਮੈਂਟ ਦਾ ਨਾਮ ਦਿੰਦੇ ਆ। ਠੀਕ ਹੈ ਜੀ। ਸੋ ਕਿਸੇ ਵੀ ਬੱਚੇ ਦੇ ਵਿਕਾਸ ਦੇ ਉੱਤੇ ਨੇਚਰ ਦਾ ਵੱਧ ਪ੍ਰਭਾਵ ਪਵੇਗਾ ਜਾਂ ਫਿਰ ਕਹਿ ਸਕਦੇ ਹਾਂ ਕਿ ਪਾਲਣ ਪੋਸ਼ਣ ਦਾ ਵੱਧ ਪ੍ਰਭਾਵ ਪੈਣ ਵਾਲਾ ਹੈ। ਇਹਦੇ ਵਿੱਚ ਕੁਝ ਆਪਣੇ ਸਾਇੰਟਿਸਟ ਹੋਏ ਨੇ ਜਾਂ ਫਿਰ ਕਹਿ ਸਕਦੇ ਹਾਂ ਕੁਝ ਸਾਈਕੋਲੋਜਿਸਟ ਹੋਏ ਨੇ ਜਿਨ੍ਹਾਂ ਦਾ ਨਾਮ ਹੈਗਾ ਪਲੇਟੋ ਐਂਡ ਸੋਕਰੇਟਸ। ਪਲੇਟੋ ਐਂਡ ਸੋਕਰੇਟਸ ਨਾਮ ਦੇ ਜਿਹੜੇ ਸਾਇੰਟਿਸਟ ਹੋਏ ਨੇ ਜਾਂ ਫਿਰ ਕਹਿ ਸਕਦੇ ਹਾਂ ਸਾਈਕੋਲੋਜਿਸਟ ਹੋਏ ਨੇ, ਮਨੋਵਿਗਿਆਨਿਕ ਹੋਏ ਨੇ, ਇਹ ਕੀ ਕਹਿ ਰਹੇ ਨੇ, ਇਹ ਕਹਿੰਦੇ ਨੇ ਕਿ ਜਿਹੜਾ ਚਿਲਡਰਨ ਹੈਗਾ ਉਹ ਬੋਰਨ ਹੁੰਦਾ ਆ, ਜਨਮ ਲੈਂਦਾ ਆ, ਕਿਹਦੇ ਨਾਲ ਜਨਮ ਲੈਂਦਾ, ਇੰਟੈਲੀਜੈਂਸੀ ਨਾਲ। ਉਹਦੇ ਕੋਲ ਕਹਿੰਦੇ ਬੁੱਧੀ ਪਹਿਲਾਂ ਹੀ ਹੁੰਦੀ ਆ, ਟੈਲੈਂਟਸ ਵੀ ਉਹਦੇ ਕੋਲ ਪਹਿਲਾਂ ਹੁੰਦੇ ਨੇ ਐਂਡ ਜਿਹੜੀਆਂ ਸਕਿੱਲਸ ਹੁੰਦੀਆਂ ਨੇ ਉਹ ਵੀ ਪਹਿਲਾਂ ਹੀ ਹੁੰਦੀਆਂ ਨੇ। ਐਂਡ ਉਹ ਕਹਿੰਦੇ ਨੇ ਕਿ ਇਨਵਾਇਰਨਮੈਂਟ ਦਾ ਬੱਚੇ 'ਤੇ ਕੋਈ ਫਰਕ ਨਹੀਂ ਪੈਂਦਾ। ਹੁਣ ਤੁਸੀਂ ਵੇਖੋ ਆਪਾਂ ਨੇਚਰ ਐਂਡ ਨਰਚਰ ਡਿਬੇਟ ਦੇ ਵਿੱਚ ਇਹ ਗੱਲ ਡਿਸਕਸ ਕਰਦੇ ਹਾਂ ਕਿ ਇਹਨਾਂ ਦੋਨਾਂ ਦਾ ਹੀ ਪ੍ਰਭਾਵ ਪੈਂਦਾ ਹੈ ਕਿਸੇ ਬੱਚੇ ਦੇ ਵਿਕਾਸ ਵਿੱਚ। ਬਟ ਸੋਕਰੇਟ ਐਂਡ ਜਿਹੜੇ ਪਲੇਟੋ ਸੀਗੇ ਇਹ ਕਹਿੰਦੇ ਸੀਗੇ ਕਿ ਨਹੀਂ, ਬੱਚਾ ਜਿਹੜੇ ਕੁਝ ਫੀਚਰਸ ਹੁੰਦਾ ਹੈ ਉਹਨਾਂ ਨਾਲ ਹੀ ਮਤਲਬ ਉਹ ਪੈਦਾ ਹੁੰਦਾ ਜਾਂ ਫਿਰ ਕਹਿ ਸਕਦੇ ਹਾਂ ਕੁਝ ਉਹਦੇ ਵਿੱਚ ਵਿਸ਼ੇਸ਼ਤਾਵਾਂ ਪਹਿਲਾਂ ਤੋਂ ਹੀ ਹੁੰਦੀਆਂ ਨੇ। ਬਟ ਇਹਦੇ ਨਾਲ ਹੀ ਇਹਨਾਂ ਦੇ ਜਿਹੜੇ ਆਪੋਜ਼ਿਟ ਹੈਗਾ ਆ, ਇੱਕ ਹੋਰ ਮਨੋਵਿਗਿਆਨਿਕ ਨੇ ਉਹ ਇਹਨਾਂ ਦੇ ਜਸਟ ਆਪੋਜ਼ਿਟ ਗੱਲ ਕਰਦੇ ਨੇ ਪਲੇਟੋ ਐਂਡ ਸੋਕਰੇਟਸ ਦੇ, ਜਿਨ੍ਹਾਂ ਦਾ ਨਾਮ ਕੀ ਸੀ, ਜੌਨ ਲੌਕ। ਜੌਨ ਲੌਕ ਦੇ ਨਾਮ ਦੇ ਇੱਕ ਹੋਰ ਸਾਈਕੋਲੋਜਿਸਟ ਹੋਏ ਨੇ ਜਿਹੜੇ ਕੀ ਕਹਿੰਦੇ ਨੇ ਕਿ ਜਿਹੜਾ ਇੱਕ ਬੱਚਾ ਹੈ ਉਹ ਇੱਕ ਬਲੈਂਕ ਸਲੇਟ ਹੁੰਦੀ ਹੈ। ਜਦੋਂ ਉਹਨੇ ਜਨਮ ਲੈ ਲਿਆ ਨਾ, ਇੱਕ ਬਲੈਂਕ ਸਲੇਟ ਹੈਗੀ ਆ। ਕਈ ਵਾਰ ਇਹ ਜਿਹੜਾ ਕੁਐਸਚਨ ਹੈਗਾ ਇਹ ਪੁੱਛਿਆ ਵੀ ਜਾਂਦਾ, ਜਿੱਦ ਤੱਕ ਮੈਨੂੰ ਯਾਦ ਆ 2020 ਦੇ ਵਿੱਚ ਇਹਨਾਂ ਨੇ ਇਹ ਕੁਐਸਚਨ ਪੁੱਛ ਲਿਆ ਸੀਗਾ ਕਿ ਇਹ ਕਿਹਨੇ ਕਿਹਾ ਕਿ ਜਿਹੜਾ ਬੱਚਾ ਹੈ ਉਹ ਇੱਕ ਬਲੈਂਕ ਸਲੇਟ ਹੁੰਦੀ ਹੈ। ਇਹ ਕਿਹਾ ਸੀਗਾ ਜੌਨ ਲੌਕ ਨੇ। ਤੇ ਆਪਾਂ ਉਹਦੇ ਵਿੱਚ ਕਲਰ ਵਗੈਰਾ ਭਰਦੇ ਹਾਂ। ਕਲਰ ਵਗੈਰਾ ਭਰਨ ਤੋਂ ਭਾਵ ਇਹ ਹੈ ਕਿ ਬੱਚੇ ਨੂੰ ਜੋ ਕੁਝ ਵੀ ਸਿੱਖਣ ਨੂੰ ਮਿਲਦਾ ਹੈ ਉਹ ਐਕਸਪੀਰੀਅੰਸ ਤੋਂ ਸਿੱਖਣ ਨੂੰ ਮਿਲਦਾ ਹੈ। ਆਪਾਂ ਜੋ ਕੁਝ ਉਹਨੂੰ ਸਿਖਾ ਦਿੰਦੇ ਹਾਂ, ਕੁਝ ਚੀਜ਼ਾਂ ਉਹ ਆਪ ਸਿੱਖਦਾ ਹੈ ਐਂਡ ਇਸ ਦੇ ਨਾਲ ਹੀ ਉਹ ਬੱਚਾ ਜਿਹੜਾ ਹੈ ਉਹ ਮਤਲਬ ਜ਼ਿੰਦਗੀ ਵਿੱਚ ਕੁਝ ਵੀ ਸਿੱਖਣਾ ਸ਼ੁਰੂ ਕਰਦਾ ਹੈ। ਸੋ ਇਹ ਗੱਲ ਸੀਗੀ ਜੌਨ ਲੌਕ ਦੀ। ਐਂਡ ਇਹਦੇ ਵਿੱਚ ਇਹਨਾਂ ਨੇ ਕੀ ਕਿਹਾ ਸੀ, ਜਿਹੜੀ ਨੌਲੇਜ ਹੈਗੀ ਆ ਉਹ ਡਿਟਰਮਾਈਨ ਕੀਤੀ ਜਾਂਦੀ ਹੈ ਐਕਸਪੀਰੀਅੰਸ ਦੇ ਥਰੂ। ਸੋ ਇਹ ਅੱਜ ਆਪਣਾ ਛੋਟਾ ਜਿਹਾ ਟੌਪਿਕ ਸੀਗਾ, ਇੱਕ ਵਾਰ ਆਪਾਂ ਦੁਬਾਰਾ ਤੋਂ ਰਿਵਾਈਜ਼ ਕਰ ਲੈਂਦੇ ਹਾਂ। ਅੱਜ ਦੀ ਵੀਡੀਓ ਵਿੱਚ ਅਸੀਂ ਸਮਝਿਆ ਹੈ ਹੈਰੀਡਿਟੀ ਐਂਡ ਐਨਵਾਇਰਨਮੈਂਟ ਦਾ ਜਿਹੜਾ ਪ੍ਰਭਾਵ ਹੈਗਾ ਕਿਸੇ ਬੱਚੇ ਦੇ ਵਿਕਾਸ 'ਤੇ ਉਹ ਕਿਵੇਂ ਪੈਂਦਾ ਹੈ। ਪਹਿਲੀ ਗੱਲ ਆਪਾਂ ਡਿਸਕਸ ਕੀਤੀ ਕਿ ਜੈਨੇਟਿਕ ਜਿਹੜੇ ਟ੍ਰੇਟਸ ਹੁੰਦੇ ਨੇ ਜਿਵੇਂ ਕਿ ਆਈ ਕਲਰ, ਹੇਅਰ ਕਲਰ, ਬੋਡੀ ਟਾਈਪ, ਇਹ ਜਦੋਂ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਆਪਦੇ ਪੇਰੈਂਟਸ ਤੋਂ ਮਿਲਦੀਆਂ ਨੇ ਜਨਮ ਤੋਂ ਬਾਅਦ, ਇਹਨਾਂ ਨੂੰ ਹੀ ਆਪਾਂ ਕੀ ਕਹਿੰਦੇ ਆ, ਹੈਰੀਡਿਟੀ ਦਾ ਨਾਮ ਦਿੰਦੇ ਆ। ਹੈਰੀਡਿਟੀ ਦਾ ਜਿਹੜਾ ਪ੍ਰਭਾਵ ਹੈ ਫਿਜ਼ੀਕਲ ਆਪਣੇ ਕਰੈਕਟਰਿਸਟਿਕਸ 'ਤੇ ਵੀ ਪੈਂਦਾ ਹੈ, ਆਪਣੀ ਜਿਹੜੀ ਬੁੱਧੀ ਹੈਗੀ ਉਹਦੇ 'ਤੇ ਪੈਂਦਾ ਹੈ ਐਂਡ ਜਿਹੜਾ ਆਪਣੀ ਸ਼ਖਸੀਅਤ ਹੈਗੀ ਹੈ, ਜਿਹੜਾ ਆਪਣਾ ਕਰੈਕਟਰ ਹੈਗਾ ਉਹਦੇ 'ਤੇ ਵੀ ਪੈਂਦਾ ਹੈ। ਫਾਊਂਡੇਸ਼ਨ ਇਹਦੀ ਜਿਹੜੀ ਰੱਖੀ ਗਈ ਸੀਗੀ ਸਿਗਨੀਫੀਕੈਂਸ ਆਫ ਹੈਰੀਡਿਟੀ ਦੇ ਵਿੱਚ ਕਿ ਇਹ ਜਿਹੜੀ ਹੈਗੀ ਹੈ ਚੀਜ਼ ਹੈਰੀਡਿਟੀ, ਇਹ ਮਦਦ ਕਰਦੀ ਹੈ ਸਾਡੀ ਇੰਟੈਲੀਜੈਂਸੀ ਪੋਟੈਂਸ਼ੀਅਲ ਆਫ ਚਾਈਲਡ ਨੂੰ ਦਾ ਜਿਹੜਾ ਫਾਊਂਡੇਸ਼ਨ ਹੈ ਉਹਦੇ ਰੱਖਣ ਵਿੱਚ। ਨਰਚਰ ਦਾ ਚਾਈਲਡ ਨੀਡਸ, ਬੱਚਿਆਂ ਦੀਆਂ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਨੇ ਉਹਨਾਂ ਦਾ ਧਿਆਨ ਰੱਖਣ ਵਿੱਚ ਵੀ ਸਾਡੀ ਮਦਦ ਕਰਦੀ ਹੈ। ਜਿਹੜੀ ਹੈਰੀਡਿਟੀ ਹੈ ਉਹ ਡਿਟਰਮਾਈਨ ਕਰਦੀ ਹੈ ਮੈਚੂਰੇਸ਼ਨਸ ਨੂੰ। ਅੱਗੇ ਵੇਖੋ ਆਪਾਂ ਅੱਗੇ ਗੱਲ ਕੀਤੀ ਸੀਗੀ ਕਿ ਵਾਤਾਵਰਣ ਦੇ ਅਰਥ ਅਤੇ ਪਰਿਭਾਸ਼ਾ। ਅਰਥ ਦੇ ਵਿੱਚ ਆਪਾਂ ਇਹ ਗੱਲ ਕੀਤੀ ਸੀਗੀ ਕਿ ਐਨਵਾਇਰੋਨੀਆ ਜਿਹੜਾ ਸ਼ਬਦ ਹੈ ਇਹ ਕਿਹੜੀ ਭਾਸ਼ਾ ਤੋਂ ਲਿਆ ਗਿਆ ਸ਼ਬਦ ਹੈ, ਫ੍ਰੈਂਚ ਭਾਸ਼ਾ ਤੋਂ ਲਿਆ ਗਿਆ ਸ਼ਬਦ ਹੈ, ਜਿਹਦਾ ਮਤਲਬ ਹੁੰਦਾ ਟੂ ਸਰਾਊਂਡ। ਐਂਡ ਜੇਕਰ ਆਪਾਂ ਇਹਦੀ ਪਰਿਭਾਸ਼ਾ ਦੀ ਗੱਲ ਕਰੀਏ ਕਿ ਕੋਈ ਵੀ ਐਕਸਟਰਨਲ ਫੋਰਸਿਸ, ਇਹ ਇੰਟਰਨਲ ਫੋਰਸਿਸ ਨਹੀਂ ਹੈਗੀਆਂ ਜਿਹੜੀਆਂ ਕਿ ਹੈਰੀਡਿਟੀ ਦੇ ਵਿੱਚ ਆਉਂਦੀਆਂ ਸੀਗੀਆਂ, ਜਿਹੜੀਆਂ ਕਿ ਉਹਦੇ ਮਾਪਿਓ ਤੋਂ ਮਿਲਦੀਆਂ ਆ। ਇਹਦੇ ਵਿੱਚ ਆਪਾਂ ਐਕਸਟਰਨਲ ਫੋਰਸਿਸ ਦੀ ਗੱਲ ਕਰਦੇ ਹਾਂ, ਜਿਹੜੀਆਂ ਕਿ ਬਾਹਰੋਂ ਜਿਹੜੀਆਂ ਫੋਰਸਿਸ ਹੁੰਦੀਆਂ ਨੇ, ਕਿਉਂਕਿ ਇਹ ਸਾਰੀਆਂ ਗੱਲਾਂ ਬਾਹਰੋਂ ਹੀ ਸੀ ਨਾ। ਆ ਵੇਖੋ ਜਿਵੇਂ ਕਿ ਪਹਿਲਾ ਪੁਆਇੰਟ ਸੀਗਾ ਫਿਜ਼ੀਕਲ ਡਿਸਸਿਮਿਲੈਰਿਟੀ, ਸਰੀਰਕ ਅਸਮਾਨਤਾਵਾਂ, ਇਫੈਕਟ ਆਫ ਸੁਪੀਰੀਅਰਿਟੀ ਆਫ ਰੇਸਸ, ਨਸਲ ਦੀ ਉੱਤਮਤਾ ਤੇ ਪ੍ਰਭਾਵ, ਇਫੈਕਟ ਔਨ ਪਰਸਨੈਲਿਟੀ, ਸ਼ਖਸੀਅਤ ਤੇ ਪ੍ਰਭਾਵ ਐਂਡ ਇਫੈਕਟ ਔਨ ਮੈਂਟਲ ਗਰੋਥ, ਕਿ ਜਿਹੜਾ ਤੁਹਾਡਾ ਮਾਨਸਿਕ ਵਿਕਾਸ ਹੈਗਾ ਉਹਦੇ 'ਤੇ ਕੀ ਪ੍ਰਭਾਵ ਪੈਂਦਾ ਹੈ। ਉਸ ਤੋਂ ਬਾਅਦ ਆਪਾਂ ਨੇਚਰ ਵਰਸਸ ਨੇਚਰ ਡਿਬੇਟ ਨੂੰ ਡਿਸਕਸ ਕੀਤਾ ਕਿ ਇਹਨਾਂ ਦੋਨਾਂ ਦਾ ਹੀ ਜਿਹੜਾ ਪ੍ਰਭਾਵ ਹੈ ਉਹ ਇਕੁਅਲੀ ਪੈਂਦਾ ਹੈ ਕਿਸੇ ਵੀ ਬੱਚੇ ਦੇ ਵਿਕਾਸ ਵਿੱਚ। ਜੇ ਤੁਹਾਨੂੰ ਕੁਐਸਚਨ ਦੇ ਵਿੱਚ ਇਹ ਪੁੱਛਿਆ ਜਾਂਦਾ ਹੈ ਕਿ ਦੱਸੋ ਕਿ ਜਿਹੜਾ ਬੱਚਾ ਹੈ ਉਹਦੇ ਵਿਕਾਸ 'ਤੇ ਨੇਚਰ ਦਾ ਵੱਧ ਪ੍ਰਭਾਵ ਪਵੇਗਾ ਜਾਂ ਫਿਰ ਕਹਿ ਸਕਦੇ ਹਾਂ ਕਿ ਇਨਵਾਇਰਨਮੈਂਟ ਦਾ ਵੱਧ ਪ੍ਰਭਾਵ ਪੈਣਾ ਹੈ, ਠੀਕ ਹੈ ਜੀ। ਨੇਚਰ ਜਾਂ ਫਿਰ ਕਹਿ ਸਕਦੇ ਹਾਂ ਹੈਰੀਡਿਟੀ ਨੂੰ ਆਪਾਂ ਨੇਚਰ ਦਾ ਨਾਮ ਦਿੰਦੇ ਹਾਂ ਤੇ ਜਿਹੜਾ ਤੁਹਾਡਾ ਹੋ ਗਿਆ ਜੀ ਇਨਵਾਇਰਨਮੈਂਟ ਨੂੰ ਆਪਾਂ ਕਿਹਦਾ ਨਾਮ ਦੇਵਾਂਗੇ, ਨਰਚਰ ਦਾ ਨਾਮ ਦੇਵਾਂਗੇ। ਸੋ ਇਹਨਾਂ ਦੋਨਾਂ ਦਾ ਹੀ ਜਿਹੜਾ ਪ੍ਰਭਾਵ ਹੈ ਕਿਸੇ ਬੱਚੇ ਦੇ ਵਿਕਾਸ ਵਿੱਚ ਉਹ ਇਕੁਅਲੀ ਪੈਂਦਾ ਹੈ। 50-50 ਵੀ ਤੁਸੀਂ ਮੰਨ ਸਕਦੇ ਆ, ਬਟ ਕੋਈ ਜ਼ਰੂਰੀ ਨਹੀਂ ਕਿ ਇਹ ਜਿਹੜੇ ਤੁਹਾਨੂੰ ਇਹ ਜੋ ਕੁਝ ਵੀ ਆਪਾਂ ਪੜ੍ਹਿਆ, ਮੰਨ ਲਓ ਹੈਰੀਡਿਟੀ ਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਕਿ ਕਿਸੇ ਬੱਚੇ ਦੇ ਉੱਤੇ ਜਿਹੜਾ ਪ੍ਰਭਾਵ ਪੈ ਰਿਹਾ ਹੈ ਉਹ ਜ਼ਰੂਰੀ ਹੈ ਕਿ ਪੈਣਾ ਹੀ ਪੈਣਾ ਆ, ਕੋਈ ਜ਼ਰੂਰੀ ਵੀ ਨਹੀਂ ਹੈਗਾ। ਬਟ ਆਪਾਂ ਮੰਨ ਕੇ ਚੱਲਦੇ ਹੁੰਦੇ ਆ 50-50 ਦੀ ਰੇਸ਼ੋ ਨਾਲ ਇਹਨਾਂ ਦੋਨਾਂ ਦਾ ਜਿਹੜਾ ਪ੍ਰਭਾਵ ਹੈ ਉਹ ਕਿਸੇ ਬੱਚੇ ਦੇ ਵਿਕਾਸ ਦੇ ਉੱਤੇ ਪੈਂਦਾ ਹੈ।
ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਾਰੇ ਹੀ ਇਹਨਾਂ ਗੱਲਾਂ ਨੂੰ ਸਮਝ ਗਏ ਹੋਣੇ ਆ। ਜੇਕਰ ਫਿਰ ਵੀ ਤੁਹਾਡਾ ਕੋਈ ਡਾਊਟ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਆ। ਵੀਡੀਓ ਪਸੰਦ ਆਈ ਹੋਵੇ ਤਾਂ ਇਹਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਿਓ। ਐਂਡ ਇਸ ਦੇ ਨਾਲ ਹੀ ਵੀਡੀਓ ਨੂੰ ਕਰਦੇ ਹਾਂ ਖਤਮ। ਪੀਐਸ ਟੈਟ ਆਉਣ ਤੋਂ ਪਹਿਲਾਂ ਮੇਰੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਕਿ ਮੈਂ ਤੁਹਾਨੂੰ ਸਾਰੇ ਜਿਹੜੇ ਕਨਸੈਪਟ ਨੇ, ਜਿਹੜੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਨੇ, ਇਹਨਾਂ ਪੁੱਛੇ ਜਾਂਦੇ ਨੇ, ਲਗਭਗ ਸਾਰਾ ਕਰਵਾ ਦੇਵਾਂ। ਸੋ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਿੰਨਾ ਮਤਲਬ ਹੋ ਸਕਦਾ ਮੈਂ ਤੁਹਾਡੇ ਲਈ ਕਰਾਂ। ਐਂਡ ਸੋ ਅੱਜ ਦੇ ਲਈ ਇੰਨਾ ਹੀ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ ਆਲ।